ਪਾਕਿਸਤਾਨ ਦੇ ਵਿੱਚ ਬਿਜ਼ਨਸ ਕਰਨ ਵਾਸਤੇ ਤੁਹਾਨੂੰ ਜ਼ਮੀਨ ਨਹੀਂ ਮਿਲਣੀ। ਤੁਸੀਂ ਪੈਸੇ ਹੱਥਾਂ 'ਚ ਲੈ ਕੇ ਕਾਊਂਟਰਾਂ ਦੇ ਵਿੱਚ ਲੈ ਕੇ ਫਿਰਦੇ ਰਹੋਗੇ ਕਿ ਕਿਤੇ ਮੈਨੂੰ ਥੋੜੀ ਜਿਹੀ ਇੱਕ ਕੋਨੇ ਦੀ ਜ਼ਮੀਨ ਲੱਭ ਜੇ, ਤੁਹਾਨੂੰ ਜ਼ਮੀਨ ਨਹੀਂ ਲੱਭਣੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਇਸ ਖਿੱਤੇ ਦੇ ਵਿੱਚ ਪਾਕਿਸਤਾਨ ਦੀ ਮਨੀਟਰਿੰਗ ਦਾ ਜਿਹੜਾ ਕਿਰਦਾਰ ਸੀ, ਉਹ ਜਿਹੜੀ ਤਸਵੀਰ ਸੀ ਉਹ ਸਾਫ਼ ਹੋਣੀ ਸ਼ੁਰੂ ਹੋ ਗਈ ਹੈ। ਉਹ ਜਿਹੜੀ ਧੁੰਦਲੀ ਤਸਵੀਰ ਸੀ, ਕਦੀ ਸੁਣੀਦਾ ਸੀ ਵੱਡਿਆਂ ਦੇ ਕੋਲੋਂ ਕਿ ਪਾਕਿਸਤਾਨ ਇੱਕ ਦਿਨ ਇਨਸ਼ਾਅੱਲਾ ਇਸ ਖਿੱਤੇ ਦਾ ਮਨੀਟਰ ਬਣੇਗਾ, ਇੰਚਾਰਜ ਬਣੇਗਾ, ਪਾਕਿਸਤਾਨ ਦਾ ਹੁਕਮ ਚੱਲੇਗਾ, ਪਾਕਿਸਤਾਨ ਕੋਲੋਂ ਲੋਕ ਮਸ਼ਵਰਾ ਲੈ ਕੇ ਬਾਕੀ ਮੁਲਕ ਲੈ ਕੇ ਚੱਲਣਗੇ ਔਰ ਇਹ ਚੌਧਰੀ ਹੋਵੇਗਾ ਇਸ ਖਿੱਤੇ ਦਾ। ਉਦੋਂ ਸਮਝ ਨਹੀਂ ਸੀ ਆਉਂਦੀ ਇਸ ਚੀਜ਼ ਦੀ, ਕਿਉਂ ਜਦੋਂ ਪਾਕਿਸਤਾਨ ਦੀ ਮਨੀਟਰਿੰਗ ਵੱਲ ਦੇਖੀਦਾ ਸੀ ਕਿ ਜਿਹੜੇ ਪਾਕਿਸਤਾਨ ਦੇ ਮਨੀਟਰ ਸਨ ਉਹ ਨਲਾਇਕ ਸਨ। ਸਾਰੇ ਹੁਕਮਰਾਨਾਂ ਨਾਲ ਵੇਖੀਦਾ ਸੀ, ਇਹਨਾਂ ਦੇ ਸੰਭਾਲਣ ਵਾਲਿਆਂ ਤੇ ਇਹਨਾਂ ਦੀ ਪਲਾਨਿੰਗ ਕਰਨ ਵਾਲਿਆਂ ਜਦੋਂ ਵੇਖੀਦਾ ਸੀ ਤੇ ਉਹਨਾਂ ਨੂੰ ਵੇਖ ਕੇ ਇਹ ਹੀ ਸੋਚ ਆਉਂਦੀ ਸੀ ਕਿ ਇਹ ਨਾਮੁਮਕਿਨ ਜੀ ਚੀਜ਼ ਲੱਗਦੀ ਏ। ਇਹ ਅਗਰ ਹੋਈ ਵੀ ਤੇ ਅੱਜ ਤੋਂ ਕਈ 100 ਸਾਲ ਬਾਅਦ ਜਾ ਕੇ ਹੋਏਗੀ। ਇਹ ਨਜ਼ਦੀਕ ਦੇ ਦੌਰ ਦੇ ਵਿੱਚ ਇਹ ਹੋਣਾ ਨਾਮੁਮਕਿਨ ਜਿਹਾ। ਲੇਕਿਨ ਇਹ ਜਿਹੜਾ ਦੌਰ ਚੱਲ ਰਿਹਾ ਹੁਣ ਇਸ ਵਕਤ, ਇਹਦੇ ਨਾਲ ਤਸਵੀਰ ਬਿਲਕੁਲ ਕਲੀਅਰ ਹੋ ਗਈ ਏ। ਤਸਵੀਰ ਜਿਹੜੀ ਧੁੰਦਲੀ ਸੀ ਉਹ ਬਿਲਕੁਲ ਸਾਫ਼ ਔਰ ਕਲੀਨ ਹੋ ਗਈ ਏ ਕਿ ਹੁਣ ਪਾਕਿਸਤਾਨ ਨੂੰ ਇਸ ਖਿੱਤੇ ਦਾ ਮਨੀਟਰ ਬਣਨ ਵਾਸਤੇ ਕੋਈ ਨਹੀਂ ਰੋਕ ਸਕਦਾ। ਵੱਡਿਆਂ ਕੋਲੋਂ ਇਹ ਵੀ ਸੁਣੀਦਾ ਸੀ ਕਿ ਇਹ ਮੁਲਕ ਇਨਸ਼ਾਅੱਲਾ ਸਾਰੇ ਮੁਲਕਾਂ ਦਾ ਹੁਕਮਰਾਨ ਹੋਏਗਾ ਔਰ ਇਸ ਮੁਲਕ ਦੇ ਵਿੱਚੋਂ ਇੱਕ ਐਸਾ ਲੀਡਰ ਹੋਏਗਾ ਜਿਹੜਾ ਸਾਰੇ ਇਸਲਾਮੀ ਮੁਲਕਾਂ ਦਾ ਲੀਡਰ ਹੋਏਗਾ। ਅੱਜ ਉਸ ਗੱਲ ਦੀ ਵੀ ਸਮਝ ਆ ਗਈ ਕਿ ਵੇਖੋ ਕਿ ਅੱਲਾ ਨੇ ਇੱਕ ਖੋਟੇ ਸਿੱਕਿਆਂ ਦੇ ਕੋਲੋਂ, ਇਸ ਮੁਲਕ ਦੇ ਕਿੰਨੇ ਖੋਟੀਆਂ ਸਿੱਕਿਆਂ ਦੇ ਕੋਲੋਂ, ਜਿਨ੍ਹਾਂ ਕੋਲੋਂ ਕੋਈ ਉਮੀਦ ਹੀ ਨਹੀਂ ਸੀ, ਜਿਨ੍ਹਾਂ ਦਾ ਕੋਈ ਐਸਾ ਕੰਮ, ਜਿਨ੍ਹਾਂ ਨੇ ਕੋਈ ਪ੍ਰੋਜੈਕਟ ਜਾਂ ਕੋਈ ਐਸਾ ਦਾ ਕੰਮ ਕੋਈ ਸ਼ੁਰੂ ਕੀਤਾ ਹੀ ਨਹੀਂ ਸੀ ਕਿ ਜਦੋਂ ਤੋਂ ਬੰਦਾ ਅੰਦਾਜ਼ਾ ਲਾ ਸਕੇ ਕਿ ਯਾਰ ਇਹ ਕੰਮ ਜਿਹੜਾ ਹੁਣ ਕਰ ਰਹੇ ਨੇ ਨਾ, ਇਹ ਅਗਰ ਕਾਮਯਾਬ ਹੋ ਗਿਆ ਤੇ ਫਿਰ ਪਾਕਿਸਤਾਨ ਦੇ ਚਾਂਸ ਬੜੇ ਨੇ, ਜਾਂ ਇਹ ਇਕਨੋਮੀ ਜਿਹੜੀ ਅਗਰ ਸਟਰੋਂਗ ਹੋ ਗਈ, ਜਾਂ ਇਸ ਪਾਸੋਂ ਸਟਰੋਂਗ, ਜਾਂ ਇਹ ਕਿਸੇ ਪਾਸੋਂ ਵੀ ਸਾਨੂੰ ਕੋਈ ਐਸਾ ਦੀ ਤਸਵੀਰ ਜਾਂ ਉਮੀਦ ਨਜ਼ਰ ਆਉਂਦੀ ਨਹੀਂ ਸੀ ਕਿ ਇਹ ਵੀ ਕਦੀ ਹੋਏਗਾ। ਲੇਕਿਨ ਅੱਲਾ ਨੇ ਕਿਆ ਰਾਤੋਂ ਰਾਤ ਇੱਕ ਐਸਾ ਮੌਜਜ਼ਾ ਕਰਕੇ ਕਿ ਦੇਖੋ ਜੰਗ ਕਿਹੜੇ ਮੁਲਕ ਦੀ ਔਰ ਆਪਸ ਦੇ ਵਿੱਚ ਲੜਾਈ ਕਿੰਨਾ ਮੁਲਕਾਂ ਦੀ, ਔਰ ਫਾਇਦਾ ਅੱਲਾਹ ਪਾਕ ਨੇ ਅਚਾਨਕ ਪਾਕਿਸਤਾਨ ਨੂੰ ਦੇਣਾ ਸ਼ੁਰੂ ਕਰ ਦਿੱਤਾ। ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਪਾਕਿਸਤਾਨ ਨੂੰ ਲੁੱਟਿਆ, ਪਾਕਿਸਤਾਨ ਦੇ ਵਿੱਚੋਂ ਰਿਸ਼ਵਤਾਂ ਲੈ ਕੇ, ਚੋਰੀਆਂ ਕਰਕੇ, ਖਜ਼ਾਨੇ ਨੂੰ ਖਾਲੀ ਕਰਕੇ, ਇਹ ਸਾਰਾ ਪੈਸਾ ਜਿਹੜਾ ਦੂਸਰੇ ਮੁਲਕਾਂ ਦੇ ਵਿੱਚ ਪਾਰਕ ਕੀਤਾ ਸੀ, ਅੱਜ ਉਹਨਾਂ ਮੁਲਕਾਂ ਦੇ ਹਾਲਾਤ ਜਿਹੜੇ ਨੇ, ਉਹਨਾਂ ਦੀ ਪ੍ਰਾਪਰਟੀਆਂ ਜਿਹੜੀਆਂ, ਉਹਨਾਂ ਦੇ ਬਿਜ਼ਨਸ ਬਿਲਕੁਲ ਠੱਪ ਹੋ ਕੇ ਰਹਿ ਗਏ ਨੇ ਔਰ ਉਹ ਲੁੱਟਿਆ ਪੈਸਾ। ਅਗਰ ਮੈਂ ਅੱਜ ਉਹਨਾਂ ਕੋਲ ਸਵਾਲ ਕਰਾਂ ਕਿ ਦੱਸੋ ਪੈਸਾ ਤੁਹਾਡਾ ਕਿਸ ਕੰਮ ਆਇਆ ਹੈ ਜਾਂ ਅੱਗੋਂ ਆਉਣ ਵਾਲੇ ਵਕਤ ਦੇ ਵਿੱਚ ਤੁਹਾਡਾ ਕਿਸ ਕੰਮ ਆਏਗਾ, ਹਰਾਮ ਦਾ ਪੈਸਾ ਕਦੀ ਵੀ ਇੱਕ ਅੱਛੇ ਕੰਮ 'ਚ ਇਸਤੇਮਾਲ ਨਹੀਂ ਹੋ ਸਕਦਾ ਔਰ ਨਾ ਉਹਦੇ ਕੋਲ ਤੁਸੀਂ ਉਸ ਪੈਸੇ ਦੇ ਨਾਲ ਤੁਸੀਂ ਕਾਮਯਾਬ ਹੋ ਸਕਦੇ ਹੋ। ਜ਼ਹਿਰੀ ਤੌਰ ਤੇ ਥੋੜੀ ਦੇਰ ਵਾਸਤੇ ਤੁਹਾਨੂੰ ਕਾਮਯਾਬੀ ਜ਼ਰੂਰ ਨਜ਼ਰ ਆਵੇਗੀ, ਲੇਕਿਨ ਲੌਂਗ ਟਰਮ ਤੇ ਉਹਦੇ 'ਚ ਨਾਕਾਮੀ ਹੀ ਨਾਕਾਮੀ ਹੈ। ਪਾਕਿਸਤਾਨ ਨੇ ਕੱਖ ਵੀ ਨਹੀਂ ਕੀਤਾ, ਪਾਕਿਸਤਾਨ ਨੇ ਇੱਕ ਪੱਤਾ ਵੀ ਨਹੀਂ ਤੋੜਿਆ। ਅੱਲਾ ਨੇ ਸੁੱਤਿਆਂ ਪਏ ਐਸਾ ਮੌਜਜ਼ਾ ਕਰਕੇ ਇਸ ਮੁਲਕ ਦੇ ਉਹ ਹਾਲਾਤ ਬਣਾ ਦਿੱਤੇ ਨੇ, ਇਰਦ ਗਿਰਦ ਵਾਲੇ ਮੁਲਕਾਂ ਦੇ ਹਾਲਾਤ ਇਸ ਤਰ੍ਹਾਂ ਦੇ ਕਰ ਦਿੱਤੇ ਨੇ ਕਿ ਹੁਣ ਪਾਕਿਸਤਾਨ ਨੂੰ ਇਸ ਖਿੱਤੇ ਦਾ ਮਨੀਟਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਅੱਲਾ ਦੀ ਪਲਾਨਿੰਗ ਇੱਕ ਦੁਨੀਆ ਦੀ ਪਲਾਨਿੰਗ ਹੈ, ਇੱਕ ਮੇਰੇ ਅੱਲਾ ਦੀ ਪਲਾਨਿੰਗ ਹੈ। ਦੁਨੀਆ ਦੀ ਪਲਾਨਿੰਗਾਂ ਤੁਸੀਂ ਵੇਖ ਲਈਆਂ ਨੇ, ਹੁਣ ਵਕਤ ਹੈ ਅੱਲਾ ਦੀ ਪਲਾਨਿੰਗ ਵੇਖਣ ਦਾ। ਹੁਣ ਪਾਕਿਸਤਾਨ ਨੂੰ ਇਨਸ਼ਾਅੱਲਾ ਤਰੱਕੀ ਤੋਂ ਕੋਈ ਨਹੀਂ ਰੋਕ ਸਕੇਗਾ। ਪਾਕਿਸਤਾਨ ਦੇ ਇਨਸ਼ਾਅੱਲਾ ਹਰ ਤਰਫ ਬੋਲਬਾਲਾ ਹੋਏਗਾ, ਪਾਕਿਸਤਾਨ ਦਾ ਹੀ ਨਾਮ ਹੋਵੇਗਾ। ਹੁਣ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਪਾਕਿਸਤਾਨ ਨੂੰ ਸਾਰਾ ਪੈਸਾ ਚੁੱਕ ਕੇ ਦੂਸਰੇ ਮੁਲਕਾਂ ਦੇ ਵਿੱਚ, ਖਾਸ ਕਰਕੇ ਗਲਫ ਦੇ ਵਿੱਚ ਪਾਰਕ ਕੀਤਾ ਸੀ, ਇਨਵੈਸਟ ਕੀਤਾ ਸੀ, ਉਹਨਾਂ ਨੂੰ ਚਾਹੀਦਾ ਕਿ ਜਿੰਨੀ ਜਲਦੀ ਹੋ ਸਕੇ ਆਪਣਾ ਪੈਸਾ ਵਾਪਸ ਲਿਆ ਕੇ ਪਾਕਿਸਤਾਨ ਦੀ ਪ੍ਰਾਪਰਟੀ ਦੇ ਵਿੱਚ, ਪਾਕਿਸਤਾਨ ਦੇ। ਮੈਂ ਪਿੱਛੇ ਕੁਝ ਅਰਸੇ ਪਹਿਲੇ ਇੱਕ ਗੱਲ ਸੁਣ ਰਿਹਾ ਸੀ ਕਿਸੇ ਤਜਜ਼ੀਆਕਾਰ ਕੋਲ। ਉਹ ਕਹਿੰਦਾ ਸੀ ਕਿ ਪਾਕਿਸਤਾਨ ਦੇ ਵਿੱਚ ਬਿਜ਼ਨਸ ਕਰਨ ਵਾਸਤੇ ਤੁਹਾਨੂੰ ਜ਼ਮੀਨ ਨਹੀਂ ਮਿਲਣੀ। ਤੁਸੀਂ ਪੈਸੇ ਹੱਥਾਂ 'ਚ ਲੈ ਕੇ ਕਾਊਂਟਰਾਂ ਦੇ ਵਿੱਚ ਲੈ ਕੇ ਫਿਰਦੇ ਰਹੋਗੇ ਕਿ ਕਿਤੇ ਮੈਨੂੰ ਥੋੜੀ ਜਿਹੀ ਇੱਕ ਕੋਨੇ ਦੀ ਜ਼ਮੀਨ ਲੱਭ ਜੇ, ਤੁਹਾਨੂੰ ਜ਼ਮੀਨ ਨਹੀਂ ਲੱਭਣੀ। ਉਦੋਂ ਇਹ ਗੱਲਾਂ ਸੁਣ ਕੇ ਸ਼ਾਇਦ ਹਾਸਾ ਆਉਂਦਾ ਸੀ, ਲੇਕਿਨ ਅੱਜ ਦੇ ਹਾਲਾਤ ਵੇਖ ਕੇ ਹਕੀਕਤ ਗੱਲ ਹੈ, ਉਹਨਾਂ ਸਾਰੀਆਂ ਗੱਲਾਂ ਤੇ ਯਕੀਨ ਕਰਨ ਨੂੰ ਦਿਲ ਕਰਦਾ ਹੈ। ਇਹਦੇ ਨਾਲ ਹੀ ਇੱਕ ਖੂਬਸੂਰਤ ਸਾ ਨਾਰਾ ਲਾ ਕੇ ਅਸੀਂ ਆਪਣੀ ਇਸ ਗੱਲ ਨੂੰ ਖਤਮ ਕਰਨਾ ਹੈ ਕਿ ਪਾਕਿਸਤਾਨ ਜ਼ਿੰਦਾਬਾਦ।